ਹੈਲੋ ਫਰੈਂਡਸ, ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਆਪਣੀ ਨਿਊ ਵੀਡੀਓ ਵਿੱਚ। ਅੱਜ ਦਾ ਆਪਣਾ ਟੌਪਿਕ ਹੈ ਜੀ ਮੌਰੀਆ ਉੱਤਰ ਕਾਲ ਦੇ ਵਿੱਚ ਭਾਰਤ ਵਿਚਲੇ ਬ੍ਰਾਹਮਣ ਰਾਜਵੰਸ਼। ਜਦੋਂ ਮੌਰੀਆ ਕਾਲ ਸਮਾਪਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਜੀ ਜੋ ਭਾਰਤ ਦਾ ਖੇਤਰ ਸੀ ਇਹ ਕਈ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਗਿਆ। ਇਸ ਸਮੇਂ ਭਾਰਤ ਦੇ ਅੰਦਰ ਜੀ ਕੁਝ ਬ੍ਰਾਹਮਣ ਰਾਜਵੰਸ਼ ਪੈਦਾ ਹੋਏ ਜਿਨ੍ਹਾਂ ਨੇ ਦੁਬਾਰਾ ਤੋਂ ਜੀ ਵੈਸ਼ਨਵ ਧਰਮ ਨੂੰ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਥਾਪਿਤ ਕੀਤਾ। ਅੱਜ ਆਪਾਂ ਇਹਨਾਂ ਬਾਰੇ ਪੜ੍ਹਾਂਗੇ। ਆਪਣੇ ਚੈਨਲ ਉੱਤੇ 2 ਵੀਡੀਓ ਆਲਰੇਡੀ ਅਪਲੋਡ ਆ ਜੀ ਜਿਨ੍ਹਾਂ ਦੇ ਵਿੱਚ ਆਪਾਂ ਮੌਰੀਆ ਸਾਮਰਾਜ ਦੇ ਵੱਖ-ਵੱਖ ਸ਼ਾਸਕਾਂ ਬਾਰੇ ਤੇ ਉਹਨਾਂ ਦੇ ਜੀ ਸ਼ਾਸਨ ਪ੍ਰਬੰਧ ਬਾਰੇ ਗੱਲ ਕਰ ਚੁੱਕੇ ਹਾਂ। ਤੁਸੀਂ ਉਹ ਵੀਡੀਓਜ਼ ਜੀ ਪਹਿਲਾਂ ਵੇਖ ਲਓ, ਉਸ ਦਾ ਲਿੰਕ ਉੱਪਰ ਆਈ ਬਟਨ 'ਚ ਤੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ। ਉਸ ਤੋਂ ਬਾਅਦ ਜੀ ਤੁਸੀਂ ਇਸ ਵੀਡੀਓ ਤੇ ਆਉਣਾ ਤਾਂ ਕਿ ਤੁਸੀਂ ਇਸ ਵੀਡੀਓ ਨੂੰ ਵਧੀਆ ਢੰਗ ਨਾਲ ਸਮਝ ਸਕੋ। ਹੁਣ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਟੌਪਿਕ ਤੇ ਜਾਣਦੇ ਹਾਂ ਜੀ ਮੌਰੀਆ ਉੱਤਰ ਕਾਲ ਦੇ ਵਿੱਚ ਬ੍ਰਾਹਮਣ ਰਾਜਵੰਸ਼ਾਂ ਬਾਰੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਨਿਊ ਵੀਡੀਓ ਅਪਲੋਡ ਹੋਵੇ ਜੀ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤੇ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਮੁੱਖ ਬਿੰਦੂਆਂ ਦੀ ਜਿਨ੍ਹਾਂ ਬਾਰੇ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ। ਮੌਰੀਆ ਉੱਤਰ ਕਾਲ ਦੇ ਵਿੱਚ ਜੀ 4 ਬ੍ਰਾਹਮਣ ਜੋ ਰਾਜਵੰਸ਼ ਸੀ ਉਹ ਭਾਰਤ ਦੇ ਵਿੱਚ ਪੈਦਾ ਹੋਏ। ਸਭ ਤੋਂ ਪਹਿਲਾਂ ਵੇਖਦੇ ਹਾਂ ਜੀ ਉਹ ਕਿਹੜੇ ਵੰਸ਼ ਸੀ, ਉਹਨਾਂ ਦੇ ਕ੍ਰਮ ਨੂੰ ਯਾਦ ਕਰਦੇ ਹਾਂ ਜੀ। ਵੇਖਦੇ ਹਾਂ ਕਿ ਕਿਹੜਾ ਰਾਜਵੰਸ਼ ਕਿਸ ਤੋਂ ਬਾਅਦ ਆਇਆ ਤੇ ਕਿਹੜਾ ਪਹਿਲਾਂ ਆਇਆ ਹੈ। ਸਭ ਤੋਂ ਪਹਿਲਾਂ ਸੀ ਜੀ ਸ਼ੁੰਗ ਵੰਸ਼, ਉਸ ਤੋਂ ਬਾਅਦ ਆਇਆ ਹੈ ਜੀ ਕੰਨਵ ਵੰਸ਼, ਤੀਸਰਾ ਸੀ ਜੀ ਸਾਤਵਾਹਨ ਵੰਸ਼ ਅਤੇ ਚੌਥਾ ਸੀ ਚੇਦੀ ਵੰਸ਼। ਇਹ ਜ਼ਰੂਰ ਯਾਦ ਰੱਖਣਾ ਜੀ ਕਿ ਬ੍ਰਾਹਮਣ ਰਾਜਵੰਸ਼ਾਂ ਦੇ ਇਹ ਨਾਮ ਸੀ। ਕਈ ਵਾਰ ਪ੍ਰਸ਼ਨ ਦੇ ਵਿੱਚ ਪੁੱਟ ਕੀਤਾ ਜਾਂਦਾ ਹੈ ਜੀ ਕਿ ਤੁਸੀਂ ਦੱਸੋ ਕਿ ਨੀਚੇ ਲਿਖਿਆਂ ਦੇ ਵਿੱਚੋਂ ਜੀ ਕਿਹੜੇ ਬ੍ਰਾਹਮਣ ਰਾਜਵੰਸ਼ ਆ। ਜੇਕਰ ਆਪਾਂ ਨੂੰ ਪਤਾ ਹੋਏਗਾ ਆਪਾਂ ਫਿਰ ਹੀ ਉਹਦਾ ਆਨਸਰ ਦੇ ਸਕਾਂਗੇ। ਇਹਨਾਂ ਵਿੱਚੋਂ ਜੋ ਪਹਿਲੇ 3 ਰਾਜਵੰਸ਼ ਹੈ ਜੀ ਇਹ ਬ੍ਰਾਹਮਣ ਰਾਜਵੰਸ਼ ਸੀ। ਜੋ ਲਾਸਟ ਵਾਲਾ ਚੇਦੀ ਵੰਸ਼ ਹੈ ਜੀ ਇਸ ਦਾ ਜੋ ਰਾਜ ਧਰਮ ਸੀ ਜੀ ਇਸ ਵੰਸ਼ ਦਾ ਉਹ ਸੀ ਜੈਨ ਧਰਮ। ਪਰ ਇਸ ਸਮੇਂ ਜੀ ਜੋ ਚੇਦੀ ਵੰਸ਼ ਸੀ ਉਹ ਬ੍ਰਾਹਮਣ ਜੀ ਤੇ ਜੈਨ ਧਰਮ ਨੂੰ ਦੋਨਾਂ ਨੂੰ ਇੱਕ ਸਮਾਨ ਸਮਝਦਾ ਸੀ। ਉੱਥੇ ਸਾਰਿਆਂ ਨੂੰ ਜੀ ਸਹਾਇਤਾ ਦਿੱਤੀ ਜਾਂਦੀ ਸੀ ਚਾਹੇ ਉਹ ਕਿਸੇ ਵੀ ਧਰਮ ਦੇ ਰਿਲੇਟਡ ਹੋਵੇ। ਇਸ ਲਈ ਜੀ ਜੋ ਚੇਦੀ ਵੰਸ਼ ਆ ਇਸ ਨੂੰ ਵੀ ਆਪਾਂ ਬ੍ਰਾਹਮਣ ਸਾਮਰਾਜ ਦੇ ਜਾਂ ਬ੍ਰਾਹਮਣ ਰਾਜਵੰਸ਼ਾਂ ਦੇ ਜੀ ਅੰਡਰ ਇਸ ਨੂੰ ਵੀ ਆਪਾਂ ਕਵਰ ਕਰਦੇ ਹਾਂ, ਇਸ ਨੂੰ ਵੀ ਪੜ੍ਹਦੇ ਹਾਂ। ਹੁਣ ਆਪਾਂ ਜੀ ਇੱਕ ਇੱਕ ਕਰਕੇ ਇਹਨਾਂ ਰਾਜਵੰਸ਼ਾਂ ਬਾਰੇ ਜਾਣਦੇ ਹਾਂ। ਸਭ ਤੋਂ ਪਹਿਲਾਂ ਜਿਸ ਬ੍ਰਾਹਮਣ ਸਾਮਰਾਜ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਉਹ ਸੀ ਸ਼ੁੰਗ ਵੰਸ਼। ਜੇਕਰ ਸ਼ੁੰਗ ਵੰਸ਼ ਦੇ ਸਮੇਂ ਦੀ ਗੱਲ ਕਰੀਏ ਜੀ ਤੇ ਇਸ ਦਾ ਰਾਜਕਾਲ ਦਾ ਸਮਾਂ ਸੀ 185 ਤੋਂ ਲੈ ਕੇ 78 ਈਸਾ ਪੂਰਵ ਤੱਕ ਦਾ ਜੀ। ਸਭ ਤੋਂ ਪਹਿਲਾਂ ਜੋ ਸ਼ਾਸਕ ਜੀ ਇਸ ਸ਼ੁੰਗ ਵੰਸ਼ ਦੇ ਵਿੱਚ ਆਇਆ ਉਹ ਸੀ ਪੁਸ਼ਯਮਿੱਤਰ ਸ਼ੁੰਗ। ਇਸ ਦਾ ਸਮਾਂ ਸੀ ਜੀ 185 ਤੋਂ ਲੈ ਕੇ 151 ਈਸਾ ਪੂਰਵ ਤੱਕ ਦਾ। ਸ਼ੁੰਗ ਵੰਸ਼ ਦੀ ਸਥਾਪਨਾ ਜੀ ਪੁਸ਼ਯਮਿੱਤਰ ਸ਼ੁੰਗ ਨੇ 185 ਈਸਾ ਪੂਰਵ ਦੇ ਵਿੱਚ ਕੀਤੀ ਹੈ। ਜੋ ਪੁਸ਼ਯਮਿੱਤਰ ਸ਼ੁੰਗ ਸੀ ਜੀ ਇਹ ਮੌਰੀਆ ਵੰਸ਼ ਦੇ ਜੋ ਆਖਰੀ ਸ਼ਾਸਕ ਸੀ ਜਿਸ ਦਾ ਨਾਂ ਸੀ ਵਿਹਿਦਰਥ ਜੀ ਉਸ ਦਾ ਸੈਨਾਪਤੀ ਸੀ। ਪੁਸ਼ਯਮਿੱਤਰ ਸ਼ੁੰਗ ਨੇ ਕੀ ਕੀਤਾ ਜੀ ਇਸਨੇ ਜੋ ਵਿਹਿਦਰਥ ਸੀ ਉਸ ਦੀ ਹੱਤਿਆ ਕਰ ਦਿੱਤੀ ਅਤੇ ਸ਼ੁੰਗ ਵੰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ। ਜੋ ਸ਼ੁੰਗ ਵੰਸ਼ ਸੀ ਜੀ ਇਹ ਇੱਕ ਬ੍ਰਾਹਮਣ ਰਾਜਵੰਸ਼ ਸੀ। ਆਪਾਂ ਲਾਸਟ ਵੀਡੀਓਜ਼ ਦੇ ਵਿੱਚ ਦੇਖਿਆ ਜੀ ਕਿ ਜੋ ਸਮਰਾਟ ਅਸ਼ੋਕ ਸੀ ਜੀ ਮੌਰੀਆ ਕਾਲ ਸਮੇਂ ਜਦੋਂ ਸਮਰਾਟ ਅਸ਼ੋਕ ਦਾ ਰਾਜਕਾਲ ਆਉਂਦਾ ਹੈ ਤੇ ਉਸਨੇ ਜੀ ਬੁੱਧ ਧਰਮ ਨੂੰ ਅਪਣਾ ਲਿਆ ਸੀ। ਸਮਰਾਟ ਅਸ਼ੋਕ ਦੇ ਬੁੱਧ ਧਰਮ ਨੂੰ ਅਪਣਾਉਣ ਕਾਰਨ ਜੀ ਜੋ ਆਮ ਲੋਕ ਸੀ ਜੋ ਉਸ ਦੀ ਪ੍ਰਜਾ ਸੀ ਜੀ ਉਸਨੇ ਵੀ ਬੁੱਧ ਧਰਮ ਨੂੰ ਬਹੁਤ ਅਪਣਾਇਆ ਤੇ ਜੋ ਸਮਰਾਟ ਅਸ਼ੋਕ ਸੀ ਜੀ ਉਸਨੇ ਬੁੱਧ ਧਰਮ ਦਾ ਪ੍ਰਚਾਰ ਵੀ ਬਹੁਤ ਦੂਰ ਤੱਕ ਕੀਤਾ ਜਿਸ ਕਾਰਨ ਜੀ ਪੂਰੇ ਭਾਰਤ ਦੇ ਵਿੱਚ ਜੋ ਬੁੱਧ ਧਰਮ ਸੀ ਉਹ ਇੱਕ ਬਹੁਤ ਸ਼ਕਤੀਸ਼ਾਲੀ ਧਰਮ ਦੇ ਰੂਪ ਵਿੱਚ ਜੀ ਸਾਹਮਣੇ ਆਇਆ। ਇਸ ਕਾਰਨ ਜੀ ਜੋ ਸਮੇਂ ਦੇ ਬ੍ਰਾਹਮਣ ਸਾਮਰਾਜ ਸੀ ਜੋ ਬ੍ਰਾਹਮਣ ਧਰਮ ਦੇ ਨੂੰ ਮੰਨਣ ਵਾਲੇ ਲੋਕ ਸੀ ਜੀ ਉਹਨਾਂ ਦੇ ਅੰਦਰ ਜੀ ਇੱਕ ਵਿਰੋਧ ਦੀ ਭਾਵਨਾ ਪੈਦਾ ਹੋ ਗਈ। ਤੇ ਆਪਾਂ ਵੇਖਦੇ ਹਾਂ ਜੀ ਜਦੋਂ ਸਮਰਾਟ ਅਸ਼ੋਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਉਸਦੇ ਵੰਸ਼ਜ ਹੁੰਦੇ ਆ ਜੋ ਉਸਦੇ ਉੱਤਰਾਧਿਕਾਰੀ ਹੁੰਦੇ ਆ ਉਹ ਇੰਨੇ ਕਾਬਲ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਜੀ ਜੋ ਉਸਦਾ ਇੱਕ ਲਾਸਟ ਵੰਸ਼ਜ ਸੀ ਜੀ ਜਿਸ ਦੇ ਬਾਰੇ ਆਪਾਂ ਪੜ੍ਹਿਆ ਵਿਹਿਦਰਥ ਨੂੰ ਜੀ ਉਸਦਾ ਜੋ ਸੈਨਾਪਤੀ ਹੁੰਦਾ ਪੁਸ਼ਯਮਿੱਤਰ ਸ਼ੁੰਗ ਜੋ ਕਿ ਇੱਕ ਜੀ ਬ੍ਰਾਹਮਣ ਸੀ ਉਸ ਦੇ ਦੁਆਰਾ ਜੀ ਵਿਹਿਦਰਥ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ 185 ਈਸਾ ਪੂਰਵ ਵਿੱਚ ਤੇ ਜੀ ਫਿਰ ਬ੍ਰਾਹਮਣ ਰਾਜਵੰਸ਼ ਦੀ ਸ਼ੁਰੂਆਤ ਹੁੰਦੀ ਹੈ। ਜੋ ਇਹ ਬ੍ਰਾਹਮਣ ਰਾਜਵੰਸ਼ ਜੀ ਅੱਜ ਆਪਾਂ ਜਿਨ੍ਹਾਂ ਬਾਰੇ ਪੜ੍ਹਨ ਜਾ ਰਹੇ ਹਾਂ ਇਹਨਾਂ ਬ੍ਰਾਹਮਣ ਰਾਜਵੰਸ਼ਾਂ ਨੇ ਜੀ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਜੀ ਬੁੱਧ ਧਰਮ ਨੂੰ ਭਾਰਤ ਦੇ ਵਿੱਚੋਂ ਘੱਟ ਕਰਨ ਦਾ ਜਾਂ ਕਹਿ ਸਕਦੇ ਹਾਂ ਜੀ ਆਪਾਂ ਬਹੁਤ ਹੱਦ ਤੱਕ ਖਤਮ ਕਰਨ ਦਾ। ਤੇ ਇਹਨਾਂ ਨੇ ਜੀ ਜੋ ਵੈਸ਼ਨਵ ਧਰਮ ਸਮਰਾਟ ਅਸ਼ੋਕ ਦੇ ਸਮੇਂ ਪਿਛੜ ਗਿਆ ਸੀ ਜੀ ਉਸ ਨੂੰ ਦੁਬਾਰਾ ਤੋਂ ਫੇਰ ਅੱਗੇ ਲੈ ਕੇ ਆਂਦਾ ਜੀ ਤੇ ਉਸ ਨੂੰ ਇੱਕ ਸ਼ਕਤੀਸ਼ਾਲੀ ਧਰਮ ਦੇ ਰੂਪ ਵਿੱਚ ਪੂਰੇ ਭਾਰਤ ਦੇ ਵਿੱਚ ਫੈਲਾ ਦਿੱਤਾ ਸੀ ਜੀ। ਜੇਕਰ ਆਪਾਂ ਗੱਲ ਕਰਦੇ ਹਾਂ ਜੀ ਸ਼ੁੰਗ ਵੰਸ਼ ਦੇ ਰਾਜ ਖੇਤਰ ਦੀ ਤਾਂ ਉਹ ਭਾਰਤ ਦੇ ਜੀ ਉੱਤਰ ਪੂਰਬੀ ਭਾਗ ਦੇ ਵਿੱਚ ਸੀ। ਜਿਸ ਤਰ੍ਹਾਂ ਤੁਸੀਂ ਆ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ ਜੀ ਜੋ ਆ ਔਰੇਂਜ ਵਾਲਾ ਸਥਾਨ ਹੈ ਜੀ ਇਹ ਸਾਰਾ ਸ਼ੁੰਗ ਵੰਸ਼ ਦੇ ਅੰਡਰ ਸੀ। ਇਸ ਦੇ ਅੰਦਰ ਜੀ ਪਾਟਲੀਪੁੱਤਰ ਮਗਧ ਉਜੈਨ ਇਹ ਸਾਰੇ ਸਥਾਨ ਜੀ ਇਸ ਦੇ ਅੰਦਰ ਆਉਂਦੇ ਸੀ। ਜੋ ਪੁਸ਼ਯਮਿੱਤਰ ਸ਼ੁੰਗ ਸੀ ਜੀ ਇਸਨੇ ਆਪਣੀ ਰਾਜਧਾਨੀ ਨੂੰ ਜੀ ਪਾਟਲੀਪੁੱਤਰ ਤੋਂ ਬਦਲ ਕੇ ਵਿਦਿਸ਼ਾ ਬਣਾ ਦਿੱਤਾ ਸੀ। ਵਿਦਿਸ਼ਾ ਨਾਮ ਦੀ ਇੱਕ ਜਗ੍ਹਾ ਜੀ ਜੋ ਆ ਨੀਚੇ ਦਿਖਾਈ ਹੋਈ ਆ ਇਸ ਨੂੰ ਜੀ ਉਸਨੇ ਆਪਣੀ ਰਾਜਧਾਨੀ ਘੋਸ਼ਿਤ ਕੀਤਾ।
ਪੁਸ਼ਮਿੱਤਰ ਸੁੰਗ ਜੀ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਸੀ ਜੀ। ਇਸ ਨੇ ਜੀ ਇੱਕ ਯੂਨਾਨੀ ਹਮਲਾਵਰ ਆਇਆ ਸੀ ਮਿਨਾਂਡਰ, ਉਸ ਨੂੰ ਜੀ ਪੁਸ਼ਮਿੱਤਰ ਸੁੰਗ ਨੇ ਹਰਾ ਦਿੱਤਾ ਸੀ। ਇਹ ਮਿਨਾਂਡਰ ਕੌਣ ਸੀ ਜੀ, ਇਸ ਦੇ ਬਾਰੇ ਆਪਾਂ ਨੈਕਸਟ ਵੀਡੀਓ ਵਿੱਚ ਗੱਲ ਕਰਾਂਗੇ, ਕਿਉਂਕਿ ਜਦੋਂ ਇਹ ਬ੍ਰਾਹਮਣ ਸਾਮਰਾਜ ਜੀ ਭਾਰਤ ਦੇ ਵਿੱਚ ਫੈਲੇ ਹੋਏ ਸੀ ਤੇ ਇਸ ਸਮੇਂ ਕੁਝ ਵਿਦੇਸ਼ੀ ਹਮਲਾਵਰਾਂ ਨੇ ਭਾਰਤ ਦੇ ਉੱਤੇ ਹਮਲਾ ਕੀਤਾ। ਉਹਨਾਂ ਦੇ ਵਿੱਚੋਂ ਇੱਕ ਹੀ ਸੀ ਜੀ ਮਿਨਾਂਡਰ, ਤੇ ਉਸ ਨਾਲ ਜੀ ਪੁਸ਼ਮਿੱਤਰ ਸੁੰਗ ਦਾ ਯੁੱਧ ਹੋਇਆ ਤੇ ਪੁਸ਼ਮਿੱਤਰ ਸੁੰਗ ਨੇ ਉਸ ਨੂੰ ਹਰਾ ਦਿੱਤਾ ਸੀ। ਪੁਸ਼ਮਿੱਤਰ ਸੁੰਗ ਦੇ ਦਰਬਾਰ ਵਿੱਚ ਜੀ ਪਤੰਜਲੀ ਰਹਿੰਦਾ ਸੀ। ਪਤੰਜਲੀ ਇੱਕ ਵਿਦਵਾਨ ਸੀ ਜੀ, ਜਿਸ ਦੇ ਦੁਆਰਾ ਯੋਗ ਸੂਤਰ ਦੀ ਰਚਨਾ ਕੀਤੀ ਗਈ ਹੈ। ਯੋਗ ਸੂਤਰ ਦੇ ਵਿੱਚ ਜੀ ਵੱਖ-ਵੱਖ ਯੋਗ ਆਸਣਾਂ ਬਾਰੇ ਦੱਸਿਆ ਗਿਆ। ਜੋ ਅੱਜ ਆਪਾਂ ਯੋਗਾ ਕਰਦੇ ਹਾਂ ਜੀ, ਇਸ ਦੀ ਰਚਨਾ ਇਸੇ ਪਤੰਜਲੀ ਦੁਆਰਾ ਕੀਤੀ ਗਈ ਸੀ। ਪੁਸ਼ਮਿੱਤਰ ਸੁੰਗ ਦੇ ਦੁਆਰਾ ਜੀ ਕਈ ਅਸ਼ਵਮੇਘ ਯੱਗ ਕਰਵਾਏ ਗਏ ਆ, ਤੇ ਇਹਨਾਂ ਯੱਗਾਂ ਨੂੰ ਜੀ ਸੰਪੰਨ ਕਰਨ ਦਾ ਜੋ ਕਾਰਜ ਸੀ ਜਿਸ ਦੇ ਦੁਆਰਾ ਕੀਤੇ ਗਏ ਉਹ ਪਤੰਜਲੀ ਹੀ ਸੀ। ਹੁਣ ਆਪਾਂ ਵੇਖਦੇ ਹਾਂ ਜੀ ਪੁਸ਼ਮਿੱਤਰ ਸੁੰਗ ਤੋਂ ਬਾਅਦ ਕਿਹੜੇ-ਕਿਹੜੇ ਸ਼ਾਸਕ ਹੋਰ ਜੀ ਸੁੰਗ ਵੰਸ਼ ਦੇ ਅੰਦਰ ਆਏ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੁੰਗ ਵੰਸ਼ ਦੇ ਅਗਲੇ ਸ਼ਾਸਕ ਬਾਰੇ। ਇਸ ਦਾ ਨਾਮ ਸੀ ਜੀ ਅਗਨੀਮਿੱਤਰ। ਜੋ ਅਗਨੀਮਿੱਤਰ ਸੀ ਜੀ ਇਹ ਪੁਸ਼ਮਿੱਤਰ ਸੁੰਗ ਦਾ ਪੁੱਤਰ ਸੀ। ਤੇ ਜੇਕਰ ਗੱਲ ਕਰੀਏ ਆਪਾਂ ਅਗਨੀਮਿੱਤਰ ਦੇ ਸ਼ਾਸਨ ਕਾਲ ਦੇ ਸਮੇਂ ਬਾਰੇ, ਤਾਂ ਇਹ ਸੀ ਜੀ 151 ਤੋਂ ਲੈ ਕੇ 141 ਈਸਾ ਪੂਰਵ ਤੱਕ ਦਾ। ਅਗਨੀਮਿੱਤਰ ਦੇ ਰਿਲੇਟਡ ਜੀ ਇੱਕ ਨਾਟਕ ਦੀ ਰਚਨਾ ਕੀਤੀ ਗਈ ਆ, ਜਿਸ ਦਾ ਨਾਮ ਸੀ ਜੀ ਮਾਲਵਿਕਾ ਅਗਨੀਮਿੱਤਰ। ਇਹ ਮਾਲਵਿਕਾ ਅਗਨੀਮਿੱਤਰ ਦੇ ਵਿੱਚ ਜੀ ਅਗਨੀਮਿੱਤਰ ਤੇ ਉਸ ਦੀ ਪ੍ਰੇਮਿਕਾ ਮਾਲਵਿਕਾ, ਉਸ ਦੀ ਜੀ ਸਟੋਰੀ ਦਿੱਤੀ ਹੋਈ ਆ। ਉਹਨਾਂ ਦੇ ਜੋ ਪ੍ਰੇਮ ਵਿਆਹ ਦੇ ਬਾਰੇ ਜੀ ਇਹ ਸਾਰੀ ਕਹਾਣੀ ਹੈ। ਜੇਕਰ ਗੱਲ ਕਰੀਏ ਜੀ ਆਪਾਂ ਇਸ ਨਾਟਕ ਦੀ ਰਚਨਾਕਾਰ ਬਾਰੇ, ਤਾਂ ਉਹ ਸੀ ਜੀ ਕਾਲੀਦਾਸ। ਕਾਲੀਦਾਸ ਦੇ ਦੁਆਰਾ ਇਸ ਨਾਟਕ ਦੀ ਰਚਨਾ ਕੀਤੀ ਗਈ ਹੈ। ਕਾਲੀਦਾਸ ਆ ਜੀ ਜੋ ਇਹ ਗੁਪਤ ਕਾਲ ਦਾ ਇੱਕ ਲੇਖਕ ਸੀ। ਗੁਪਤ ਕਾਲ ਦੇ ਸਮੇਂ ਜੀ ਇਸ ਨੇ ਸੁੰਗ ਵੰਸ਼ ਦੇ ਜੋ ਇਹ ਅਗਨੀਮਿੱਤਰ ਸੀ ਉਸ ਦੀ ਸਟੋਰੀ ਲਿਖੀ ਹੈ। ਗੁਪਤ ਕਾਲ ਆਪਾਂ ਪੜਾਂਗੇ ਜੀ ਹਾਲੇ ਕਾਫੀ ਟਾਈਮ ਬਾਅਦ ਆਉਂਦਾ ਹੈ ਇਸ ਤੋਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸੁੰਗ ਵੰਸ਼ ਦੇ ਆਖਰੀ ਸ਼ਾਸਕ ਬਾਰੇ, ਜਿਸ ਦਾ ਨਾਮ ਸੀ ਜੀ ਦੇਵਭੂਤੀ। ਦੇਵਭੂਤੀ ਦਾ ਜੇ ਆਪਾਂ ਸ਼ਾਸਨ ਕਾਲ ਦੀ ਗੱਲ ਕਰੀਏ ਤੇ ਇਹ ਸੀ ਜੀ 83 ਤੋਂ ਲੈ ਕੇ 75 ਈਸਾ ਪੂਰਵ ਤੱਕ ਦਾ। 75 ਈਸਾ ਪੂਰਵ ਦੇ ਵਿੱਚ ਜੀ ਦੇਵਭੂਤੀ ਦਾ ਜੋ ਇੱਕ ਸੈਨਾਪਤੀ ਸੀ ਜਿਸ ਦਾ ਨਾਮ ਸੀ ਜੀ ਵਾਸੂਦੇਵ, ਉਸ ਦੇ ਦੁਆਰਾ ਦੇਵਭੂਤੀ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਜੀ। ਤੇ ਉਹ ਅੱਗੇ ਜੀ ਫਿਰ ਜੋ ਵਾਸੂਦੇਵ ਹੁੰਦਾ ਹੈ ਉਹ ਕਨਵ ਵੰਸ਼ ਦੀ ਸ਼ੁਰੂਆਤ ਕਰ ਦਿੰਦਾ ਹੈ, ਜੋ ਅਜੇ ਅੱਗੇ ਇੱਕ ਜਾ ਕੇ ਹੋਰ ਬ੍ਰਾਹਮਣ ਸਾਮਰਾਜ ਹੁੰਦਾ ਹੈ ਜੀ। ਇਸ ਲਈ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਜੀ ਸੁੰਗ ਵੰਸ਼ ਦੀ ਸ਼ੁਰੂਆਤ ਹੋਈ ਹੈ ਉਸੇ ਤਰ੍ਹਾਂ ਹੀ ਸੁੰਗ ਵੰਸ਼ ਦਾ ਅੰਤ ਵੀ ਹੋਇਆ ਹੈ। ਜੋ ਸੁੰਗ ਵੰਸ਼ ਦਾ ਪਹਿਲਾ ਸ਼ਾਸਕ ਸੀ ਜੀ ਪੁਸ਼ਮਿੱਤਰ ਸੁੰਗ, ਉਸ ਨੇ ਆਪਣੇ ਰਾਜੇ ਦੀ ਹੱਤਿਆ ਕਰਕੇ ਜੀ ਸੁੰਗ ਵੰਸ਼ ਦੀ ਸ਼ੁਰੂਆਤ ਕੀਤੀ ਸੀ। ਤੇ ਇਸੇ ਤਰ੍ਹਾਂ ਜੀ ਜਦੋਂ ਸੁੰਗ ਵੰਸ਼ ਦਾ ਜੋ ਆਖਰੀ ਸ਼ਾਸਕ ਸੀ ਉਸ ਦੇ ਸੈਨਾਪਤੀ ਨੇ ਵੀ ਜੀ ਉਸ ਦੀ ਹੱਤਿਆ ਕਰਕੇ ਅੱਗੇ ਕਨਵ ਵੰਸ਼ ਦੀ ਸ਼ੁਰੂਆਤ ਕਰ ਦਿੱਤੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜੀ ਕਿ ਸੁੰਗ ਵੰਸ਼ ਦੀ ਸ਼ੁਰੂਆਤ ਅਤੇ ਸੁੰਗ ਵੰਸ਼ ਦਾ ਅੰਤ ਦੋਨੋਂ ਸੇਮ ਢੰਗ ਨਾਲ ਹੋਇਆ। ਹੁਣ ਆਪਾਂ ਜਾਣ ਲੈਂਦੇ ਹਾਂ ਜੀ ਸੁੰਗ ਵੰਸ਼ ਦੇ ਸਮੇਂ ਵਿੱਚ ਹੋਏ ਕੁਝ ਮਹੱਤਵਪੂਰਨ ਕੰਮਾਂ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕੁਝ ਮਹੱਤਵਪੂਰਨ ਕੰਮਾਂ ਬਾਰੇ ਜੋ ਸੁੰਗ ਵੰਸ਼ ਦੇ ਅੰਦਰ ਹੋਏ ਆ। ਸਭ ਤੋਂ ਪਹਿਲਾਂ ਤਾਂ ਜੀ ਮਹੱਤਵਪੂਰਨ ਕੰਮ ਸੀ ਕਿ ਵੈਸ਼ਨਵ ਧਰਮ ਦਾ ਫੈਲਾਅ ਹੋਣ ਲੱਗਿਆ। ਵੈਸ਼ਨਵ ਧਰਮ ਜੀ ਜੋ ਸਮਰਾਟ ਅਸ਼ੋਕ ਦੇ ਸਮੇਂ ਪਿਛੜ ਗਿਆ ਸੀ, ਉਹ ਦੁਬਾਰਾ ਤੋਂ ਫੇਰ ਜੀ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਇਆ ਤੇ ਬਹੁ ਗਿਣਤੀ ਲੋਕਾਂ ਦੁਆਰਾ ਜੀ ਜੋ ਵੈਸ਼ਨਵ ਧਰਮ ਸੀ ਉਸ ਨੂੰ ਦੁਬਾਰਾ ਤੋਂ ਅਪਣਾਇਆ ਜਾਣ ਲੱਗਿਆ। ਦੂਸਰਾ ਪੁਆਇੰਟ ਹੈ ਜੀ ਜੋ ਮਨੂ ਸਮਿਰਤੀ ਹੈ ਉਸ ਦੀ ਰਚਨਾ ਜੀ ਇਸੇ ਸੁੰਗ ਵੰਸ਼ ਦੇ ਕਾਲ ਵਿੱਚ ਹੋਈ ਹੈ। ਮਨੂ ਸਮਿਰਤੀ ਦੀ ਰਚਨਾ ਜੀ ਮਨੂ ਦੇ ਦੁਆਰਾ ਕੀਤੀ ਗਈ ਹੈ। ਮਨੂ ਸਮਿਰਤੀ ਕੀ ਹੈ ਜੀ, ਇਸ ਦੇ ਅੰਦਰ ਲਿਖਿਆ ਗਿਆ ਜੀ ਵਰਨ ਵਿਵਸਥਾ। ਵਰਨ ਵਿਵਸਥਾ ਦੇ ਵਿੱਚ ਜੀ 4 ਜਾਤੀਆਂ ਦੱਸੀਆਂ ਗਈਆਂ, ਜਿਨ੍ਹਾਂ ਵਿੱਚ ਬ੍ਰਾਹਮਣ, ਛਤਰੀ, ਵੈਸ਼, ਸ਼ੂਦਰ ਦੱਸੇ ਗਏ ਆ ਜੀ। ਉਹਨਾਂ ਦੇ ਬਾਰੇ ਜੀ ਜੋ ਸਾਰੀ ਡਿਟੇਲ ਹੈ ਉਹ ਸਾਰੀ ਆਪਾਂ ਨੂੰ ਮਨੂ ਸਮਿਰਤੀ ਦੇ ਵਿੱਚੋਂ ਹੀ ਮਿਲਦੀ ਹੈ। ਤੇ ਤੀਸਰਾ ਹੈ ਜੀ ਜੋ ਪਤੰਜਲੀ ਹੈ ਜੀ, ਪਤੰਜਲੀ ਦੇ ਦੁਆਰਾ ਅਸ਼ਵਮੇਘ ਯੱਗ ਕੀਤੇ ਗਏ ਸੀ। ਅਤੇ ਜੋ ਇਹ ਅਸ਼ਵਮੇਘ ਯੱਗ ਹੈ ਜੀ ਇਹ ਕਰਵਾਏ ਗਏ ਸੀ ਪੁਸ਼ਮਿੱਤਰ ਸੁੰਗ ਦੇ ਦੁਆਰਾ। ਇੱਕ ਹੋਰ ਮਹੱਤਵਪੂਰਨ ਕੰਮ ਜੀ ਜੋ ਸੁੰਗ ਵੰਸ਼ ਦੇ ਸਮੇਂ ਹੋਇਆ ਹੈ ਉਹ ਹੋਇਆ ਜੀ ਕਿ ਜੋ ਸਤੂਪਾਂ ਦੀ 4 ਦੀਵਾਰੀ ਸੀ ਉਹ ਪੱਥਰ ਦੀ ਬਣਾਈ ਜਾਣ ਲੱਗ ਗਈ ਸੀ। ਸਮਰਾਟ ਅਸ਼ੋਕ ਦੇ ਸਮੇਂ ਜੀ ਇਹ 4 ਦੀਵਾਰੀ ਲੱਕੜੀ ਦੀ ਹੁੰਦੀ ਸੀ। ਹੁਣ ਆਪਾਂ ਵੇਖਦੇ ਹਾਂ ਜੀ ਕਿ ਸੁੰਗ ਵੰਸ਼ ਤੋਂ ਬਾਅਦ ਭਾਰਤ ਦੇ ਵਿੱਚ ਕਿਹੜਾ ਬ੍ਰਾਹਮਣ ਰਾਜਵੰਸ਼ ਪੈਦਾ ਹੋਇਆ, ਤਾਂ ਇਹ ਸੀ ਜੀ ਕਨਵ ਵੰਸ਼। ਇਸ ਦਾ ਸਮਾਂ ਸੀ ਜੀ 75 ਤੋਂ ਲੈ ਕੇ 30 ਈਸਾ ਪੂਰਵ ਤੱਕ ਦਾ। ਜੇਕਰ ਆਪਾਂ ਗੱਲ ਕਰੀਏ ਜੀ ਕਿ ਕਨਵ ਵੰਸ਼ ਦਾ ਸੰਸਥਾਪਕ ਕੌਣ ਸੀ, ਤਾਂ ਇਸ ਦਾ ਸਥਾਪਨਾ ਕੀਤੀ ਹੈ ਜੀ ਵਾਸੂਦੇਵ ਨੇ। ਵਾਸੂਦੇਵ ਨੇ ਜੀ ਇਸ ਦੀ ਸਥਾਪਨਾ ਕੀਤੀ ਹੈ 75 ਈਸਾ ਪੂਰਵ ਦੇ ਵਿੱਚ। ਜੇਕਰ ਆਪਾਂ ਵਾਸੂਦੇਵ ਦੇ ਜੀ ਰਾਜਕਾਲ ਦੀ ਸਮੇਂ ਦੀ ਗੱਲ ਕਰੀਏ ਤਾਂ ਉਹ ਸੀ ਜੀ 75 ਤੋਂ ਲੈ ਕੇ 66 ਈਸਾ ਪੂਰਵ ਤੱਕ ਦਾ। ਜੋ ਵਾਸੂਦੇਵ ਸੀ ਜੀ ਇਹ ਦੇਵਭੂਤੀ ਦਾ ਸੈਨਾਪਤੀ ਸੀ। ਦੇਵਭੂਤੀ ਕੌਣ ਸੀ ਜੀ, ਇਹ ਸੀ ਜੋ ਸੁੰਗ ਵੰਸ਼ ਸੀ ਉਸ ਦਾ ਆਖਰੀ ਸ਼ਾਸਕ। ਦੇਵਭੂਤੀ ਦੀ ਜੀ ਹੱਤਿਆ ਕੀਤੀ ਜਾਂਦੀ ਹੈ ਵਾਸੂਦੇਵ ਦੁਆਰਾ, ਜੋ ਕਿ ਉਸ ਦਾ ਸੈਨਾਪਤੀ ਹੈ। ਉਸ ਦੇ ਦੁਆਰਾ ਹੀ ਆਪਣੇ ਰਾਜੇ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਉਸ ਦੇ ਦੁਆਰਾ ਜੀ ਫਿਰ ਕਨਵ ਵੰਸ਼ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਜੋ ਕਨਵ ਵੰਸ਼ ਹੈ ਜੀ ਇਹਦੇ ਬਾਰੇ ਨਾ ਹੀ ਤਾਂ ਆਪਾਂ ਨੂੰ ਜ਼ਿਆਦਾ ਡਿਟੇਲ ਮਿਲਦੀ ਹੈ ਜੀ ਤੇ ਨਾ ਹੀ ਇਹਦੇ ਬਾਰੇ ਜ਼ਿਆਦਾ ਜੀ ਪ੍ਰਸ਼ਨ ਆਪਾਂ ਤੋਂ ਪੁੱਟ ਕੀਤੇ ਜਾਂਦੇ ਆ। ਬਸ ਇਹਦੇ ਜੀ ਪਹਿਲੇ ਤੇ ਆਖਰੀ ਸ਼ਾਸਕ ਦੇ ਬਾਰੇ ਪ੍ਰਸ਼ਨ ਆਉਂਦੇ ਆ, ਪਰ ਤੁਸੀਂ ਜੋ ਇਹਨਾਂ ਦੇ ਵਿਚਕਾਰ ਵਾਲੇ ਸ਼ਾਸਕ ਸੀ ਜੀ ਉਹਨਾਂ ਬਾਰੇ ਵੀ ਜਾਣ ਲਓ
ਕਿਉਂਕਿ ਕਿਸੇ ਚੀਜ਼ ਬਾਰੇ ਜਾਣਨਾ ਜੀ ਕੋਈ ਬੁਰਾ ਨਹੀਂ ਹੁੰਦਾ। ਜੋ ਵਾਸੂਦੇਵ ਸੀ ਜੀ, ਉਸ ਦੇ ਬਾਅਦ ਉਹਦਾ ਪੁੱਤਰ ਸੀ ਭੂਮੀ ਮਿੱਤਰ, ਉਹ ਸ਼ਾਸਕ ਬਣਦਾ ਜੀ। ਉਸ ਦਾ ਸਮਾਂ ਸੀ ਜੀ 66 ਤੋਂ ਲੈ ਕੇ 52 ਈਸਾ ਪੂਰਵ ਤੱਕ ਦਾ। ਫਿਰ ਜੋ ਭੂਮੀ ਮਿੱਤਰ ਸੀ ਜੀ, ਉਸ ਦਾ ਪੁੱਤਰ ਅੱਗੇ ਸ਼ਾਸਕ ਬਣਦਾ ਹੈ, ਉਸ ਦਾ ਨਾਮ ਸੀ ਜੀ ਨਾਰਾਇਣ। ਨਾਰਾਇਣ ਦਾ ਸਮਾਂ ਸੀ ਜੀ 52 ਤੋਂ ਲੈ ਕੇ 40 ਈਸਾ ਪੂਰਵ ਤੱਕ ਦਾ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਵੰਸ਼ ਦੇ ਆਖਰੀ ਸ਼ਾਸਕ ਬਾਰੇ, ਉਸ ਦਾ ਨਾਮ ਸੀ ਜੀ ਸੁਸ਼ਰਮਾ। ਜੋ ਸੁਸ਼ਰਮਾ ਸੀ ਜੀ, ਇਸ ਦਾ ਸਮਾਂ ਸੀ 40 ਤੋਂ ਲੈ ਕੇ 30 ਈਸਾ ਪੂਰਵ ਤੱਕ ਦਾ। ਇਹਨਾਂ ਦੇ ਬਾਰੇ ਜੀ ਬਸ ਆਪਾਂ ਨੂੰ ਨਾਵਾਂ ਤੋਂ ਇਲਾਵਾ ਕੋਈ ਜ਼ਿਆਦਾ ਡਿਟੇਲਿੰਗ ਨਹੀਂ ਮਿਲਦੀ, ਕੋਈ ਇਹਨਾਂ ਬਾਰੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਪ੍ਰਾਪਤ ਹੋਈ। ਕਨਵ ਵੰਸ਼ ਦੇ ਸਮੇਂ ਜੀ ਉਸ ਦੇ ਅਧੀਨ ਕੇਵਲ ਪਾਟਲੀਪੁੱਤਰ ਦਾ ਖੇਤਰ ਹੀ ਰਹਿ ਗਿਆ ਸੀ। ਜੋ ਕਨਵ ਵੰਸ਼ ਸੀ ਜੀ, ਇਸ ਦੇ ਜੋ ਸ਼ਾਸਕ ਸੀ ਇਹ ਜ਼ਿਆਦਾ ਜੀ ਤਾਕਤਵਰ ਨਹੀਂ ਸੀ, ਅਤੇ ਇਹਨਾਂ ਤੋਂ ਜੀ ਜੋ ਆਸ-ਪਾਸ ਦੇ ਖੇਤਰ ਸੀ ਉਹ ਹੌਲੀ ਹੌਲੀ ਆਜ਼ਾਦ ਹੁੰਦੇ ਗਏ। ਉਹ ਸੁਤੰਤਰ ਹੋ ਕੇ ਜੀ ਆਪਣਾ ਅਲੱਗ ਤੋਂ ਸ਼ਾਸਨ ਪ੍ਰਬੰਧ ਚਲਾਉਣ ਲੱਗ ਗਏ। ਅਤੇ ਇਹਨਾਂ ਦੇ ਕੋਲ ਜੋ ਜੀ ਕੇਵਲ ਪਾਟਲੀਪੁੱਤਰ ਸੀ, ਉਸ ਦੇ ਨੇੜੇ ਤੇੜੇ ਦਾ ਜੀ ਜੋ ਸਥਾਨ ਸੀ ਜੀ ਉਹ ਸ਼ਾਸਨ ਕਰਨ ਲਈ ਰਹਿ ਗਿਆ ਸੀ। ਕਨਵ ਵੰਸ਼ ਦੇ ਜੇ ਆਪਾਂ ਅੰਤ ਦੀ ਗੱਲ ਕਰੀਏ ਜੀ, ਤਾਂ ਇਹਨਾਂ ਦਾ ਅੰਤ ਕੀਤਾ ਗਿਆ ਸੀ ਸਾਤਵਾਹਨ ਵੰਸ਼ ਬਾਰੇ। ਇਹ ਜੋ ਸਾਤਵਾਹਨ ਵੰਸ਼ ਹੈ ਜੀ, ਇਹ ਤੀਜਾ ਜੋ ਆਪਣਾ ਬ੍ਰਾਹਮਣ ਸਾਮਰਾਜ ਵੰਸ਼ ਹੈ ਉਹ ਹੈ ਜੀ। ਹੁਣ ਆਪਾਂ ਪੜਾਂਗੇ ਸਾਤਵਾਹਨ ਵੰਸ਼ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੀਜੇ ਬ੍ਰਾਹਮਣ ਰਾਜਵੰਸ਼ ਬਾਰੇ, ਜੋ ਸੀ ਜੀ ਸਾਤਵਾਹਨ ਵੰਸ਼, ਜਿਸ ਨੂੰ ਆਂਧਰਾ ਵੰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੀ। ਉਸ ਤੋਂ ਪਹਿਲਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਜੀ ਚੱਲਦੇ ਵੀਡੀਓ ਨੂੰ ਲਾਈਕ ਕਰ ਲਓ। ਜੇਕਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਸਬਸਕ੍ਰਾਈਬ ਕਰਕੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਜੀ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਤਵਾਹਨ ਵੰਸ਼ ਬਾਰੇ। ਇਸ ਵੰਸ਼ ਦਾ ਜੋ ਸੰਸਥਾਪਕ ਸੀ ਜੀ, ਉਸ ਦਾ ਨਾਮ ਸੀ ਸਿਮੁਕ। ਜੋ ਸਾਤਵਾਹਨ ਵੰਸ਼ ਆ ਜੀ, ਇਸ ਦੇ ਸਮੇਂ ਬਾਰੇ ਕੋਈ ਆਪਾਂ ਨੂੰ ਪ੍ਰੋਪਰ ਡੇਟ ਨਹੀਂ ਮਿਲਦੀ। ਇਸ ਦਾ ਸਮਾਂ ਮੰਨਿਆ ਜਾਂਦਾ ਹੈ ਜੀ ਪਹਿਲੀ ਦੂਜੀ ਸਦੀ ਈਸਾ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਦੀ ਜੀ ਸ਼ੁਰੂਆਤ ਤੱਕ। ਇਹ ਯਾਦ ਰੱਖੋ ਜੀ ਕਿ ਇੱਥੇ ਤੀਜੀ ਸਦੀ ਈਸਵੀ ਆ, ਪਹਿਲਾ ਈਸਾ ਪੂਰਵ ਸੀ, ਦੂਸਰਾ ਹੈ ਜੀ ਈਸਵੀ। ਇਹ ਤੀਜੀ ਸਦੀ ਈਸਵੀ ਤੱਕ ਦਾ ਸਮਾਂ ਮੰਨਿਆ ਜਾਂਦਾ ਹੈ। ਜੋ ਜੀ ਸਾਤਵਾਹਨ ਵੰਸ਼ ਦਾ ਅਧਿਕਾਰ ਖੇਤਰ ਸੀ, ਜੋ ਰਾਜ ਖੇਤਰ ਸੀ, ਇਸ ਦੇ ਬਾਰੇ ਵੀ ਜੀ ਵੱਖ-ਵੱਖ ਵਿਚਾਰ ਪਾਏ ਜਾਂਦੇ ਆ। ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਜੀ ਜੋ ਸਾਤਵਾਹਨ ਵੰਸ਼ ਸੀ, ਇਹਨਾਂ ਦਾ ਰਾਜ ਸੀ ਜੀ ਮਹਾਰਾਸ਼ਟਰ ਦੇ ਉੱਪਰ, ਅਤੇ ਕੁਝ ਵਿਦਵਾਨ ਮੰਨਦੇ ਆ ਜੀ ਕਿ ਮਹਾਰਾਸ਼ਟਰ ਦੇ ਨਾਲ ਨਾਲ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵੀ ਇਹਨਾਂ ਦੇ ਅਧੀਨ ਆਉਂਦਾ ਸੀ। ਜੇਕਰ ਆਪਾਂ ਗੱਲ ਕਰੀਏ ਜੀ ਕਿ ਸਾਤਵਾਹਨਾਂ ਦੀ ਰਾਜਧਾਨੀ ਕਿਹੜੀ ਸੀ, ਤੇ ਉਹ ਸੀ ਜੀ ਪ੍ਰਤਿਸ਼ਠਾਨ। ਇਸ ਵੰਸ਼ ਦਾ ਜੋ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ ਜੀ, ਉਸ ਦਾ ਨਾਮ ਸੀ ਗੌਤਮੀ ਪੁੱਤਰ ਸਾਤਕਰਨੀ ਜੀ। ਸਾਤਵਾਹਨ ਵੰਸ਼ ਦੇ ਸ਼ਾਸਕਾਂ ਬਾਰੇ ਗੱਲ ਕਰਨ ਤੋਂ ਬਾਅਦ ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਸਾਤਵਾਹਨ ਵੰਸ਼ ਸਮੇਂ ਕੁਝ ਮਹੱਤਵਪੂਰਨ ਕੰਮ ਜਾਂ ਪ੍ਰਥਾਵਾਂ ਕਿਹੜੀਆਂ ਚਲਾਈਆਂ ਗਈਆਂ ਜੀ, ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਜੋ ਸਾਤਵਾਹਨ ਵੰਸ਼ ਦਾ ਜੀ ਸ਼ਾਸਨ ਕਾਲ ਸੀ, ਉਸ ਸਮੇਂ ਜੋ ਬ੍ਰਾਹਮਣ ਸੀ ਜੀ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਸੀ ਜੀ, ਦੋਨਾਂ ਨਾਲ ਸੇਮ ਵਿਵਹਾਰ ਕੀਤਾ ਜਾਂਦਾ ਸੀ ਜੀ। ਦੋਨਾਂ ਦੀ ਸਹਾਇਤਾ ਕੀਤੀ ਜਾਂਦੀ ਸੀ। ਜੋ ਸਮੇਂ ਦੇ ਰਾਜੇ ਸੀ ਜੀ, ਉਹਨਾਂ ਨੇ ਇੱਕ ਨਵੀਂ ਪ੍ਰਥਾ ਚਲਾਈ ਜੀ। ਉਸ ਦੇ ਅਧੀਨ ਕੀ ਸੀ ਜੀ, ਉਹ ਬੁੱਧ ਭਿਕਸ਼ੂਆਂ ਨੂੰ ਅਤੇ ਬ੍ਰਾਹਮਣਾਂ ਨੂੰ ਜੀ ਭੂਮੀ ਦਾਨ ਦੇ ਵਿੱਚ ਦੇ ਦਿੰਦੇ ਸੀ। ਉਹਨਾਂ ਨੂੰ ਖੁਸ਼ ਹੋ ਕੇ ਉਹਨਾਂ ਨੂੰ ਕੋਈ ਪਿੰਡ ਜੀ ਉਹਨਾਂ ਨੂੰ ਦਾਨ ਦੇ ਵਿੱਚ ਦੇ ਦਿੰਦੇ ਸੀ। ਇਸ ਤਰ੍ਹਾਂ ਹੌਲੀ ਹੌਲੀ ਕੀ ਹੋਇਆ ਜੀ ਕਿ ਜੋ ਬ੍ਰਾਹਮਣ ਜਾਂ ਬੁੱਧ ਭਿਕਸ਼ੂਆਂ ਨੂੰ ਜ਼ਮੀਨ ਦਾਨ ਦੇ ਵਿੱਚ ਮਿਲਦੀ ਸੀ, ਉਹਨਾਂ ਨੂੰ ਪਹਿਲਾਂ 1 ਪਿੰਡ ਮਿਲਿਆ ਜੀ, ਫਿਰ 2 ਪਿੰਡ ਮਿਲੇ, ਫਿਰ 3 ਪਿੰਡ ਮਿਲੇ। ਇਸ ਤਰ੍ਹਾਂ ਜੀ ਉਹ ਬ੍ਰਾਹਮਣਾਂ ਜਾਂ ਬੁੱਧ ਭਿਕਸ਼ੂਆਂ ਦੇ ਕੋਲੇ ਕਾਫੀ ਵੱਡੀ ਜ਼ਮੀਨ ਜੀ ਉਹਨਾਂ ਦੇ ਕੋਲੇ ਆ ਗਈ। ਅਤੇ ਬ੍ਰਾਹਮਣ ਅਤੇ ਬੁੱਧ ਭਿਕਸ਼ੂ ਜੀ ਇੱਕ ਹਿਸਾਬ ਦੇ ਉਸ ਦੇ ਰਾਜੇ ਦੇ ਰੂਪ ਵਿੱਚ ਕੰਮ ਕਰਨ ਲੱਗੇ। ਉਹ ਜੋ ਉਹਨਾਂ ਨੂੰ ਦਾਨ ਦੇ ਵਿੱਚ ਭੂਮੀ ਪ੍ਰਾਪਤ ਹੋਈ ਸੀ ਜੀ, ਉਸ ਦੇ ਸ਼ਾਸਕ ਦੇ ਰੂਪ ਵਿੱਚ ਆਪਣਾ ਕੰਮ ਕਰਨ ਲੱਗੇ ਜੀ। ਇਸ ਤਰ੍ਹਾਂ ਜੀ ਆਪਾਂ ਵੇਖਾਂਗੇ ਅੱਗੇ ਜਾ ਕੇ ਕਿ ਜੋ ਗੁਪਤ ਕਾਲ ਦਾ ਸਮਾਂ ਸੀ, ਉਸ ਸਮੇਂ ਜੋ ਭੂਮੀ ਦਾਨ ਦੇਣ ਦੀ ਵਿਵਸਥਾ ਸੀ ਜੀ, ਇਸ ਨੂੰ ਸਮੰਤੀ ਵਿਵਸਥਾ ਦੇ ਰੂਪ ਵਿੱਚ ਇੱਕ ਦ੍ਰਿੜ ਪ੍ਰਥਾ ਦੇ ਰੂਪ ਵਿੱਚ ਸਾਹਮਣੇ ਆ ਗਈ। ਇਸ ਸਮੰਤੀ ਵਿਵਸਥਾ ਦੇ ਵਿੱਚ ਕੀ ਹੋਇਆ ਜੀ ਕਿ ਜੋ ਦਾਨ ਪ੍ਰਾਪਤ ਕਰਨ ਵਾਲਾ ਵਿਅਕਤੀ ਹੁੰਦਾ ਸੀ, ਉਸਦੇ ਕੋਲ ਕਾਫੀ ਵੱਡਾ ਖੇਤਰ ਹੋ ਜਾਂਦਾ ਸੀ। ਉਸ ਖੇਤਰ ਦੇ ਉੱਪਰ ਇੱਕ ਰਾਜ ਦੇ ਰੂਪ ਵਿੱਚ ਕੰਮ ਕਰਦਾ ਸੀ। ਇਸ ਤਰ੍ਹਾਂ ਜੀ ਇੱਕ ਦੇਸ਼ ਦੇ ਰਾਜੇ ਵਿੱਚ ਜਾਂ ਇੱਕ ਪ੍ਰਾਂਤ ਦੇ ਰਾਜੇ ਦੇ ਅੰਦਰ ਹੀ ਕਾਫੀ ਛੋਟੇ ਹੋਰ ਰਾਜੇ ਬਣ ਜਾਂਦੇ ਸੀ, ਜਿਨ੍ਹਾਂ ਨੂੰ ਜੀ ਭੂਮੀ ਦਾਨ ਦੇ ਵਿੱਚ ਮਿਲੀ ਹੁੰਦੀ ਸੀ। ਇਸ ਤਰ੍ਹਾਂ ਜੀ ਆਪਾਂ ਸਾਮੰਤੀ ਵਿਵਸਥਾ ਨੂੰ ਕਹਿ ਸਕਦੇ ਹਾਂ ਜੀ ਕਿ ਉਹ ਰਾਜੇ ਦੇ ਅੰਡਰ ਛੋਟੇ ਰਾਜੇ ਦਾ ਇੱਕ ਵਿਵਸਥਾ ਸੀ ਜੀ, ਇੱਕ ਪ੍ਰਥਾ ਸੀ। ਇਸ ਤਰ੍ਹਾਂ ਦੀ ਜੋ ਵਿਵਸਥਾ ਇਹ ਸ਼ੁਰੂ ਹੋਈ ਹੈ ਜੀ, ਇਹ ਹੋਈ ਹੈ ਸਾਤਵਾਹਨ ਵੰਸ਼ ਤੋਂ। ਅਤੇ ਪ੍ਰਸ਼ਨ ਕਈ ਵਾਰੀ ਆਇਆ ਜੀ ਕਿ ਭੂਮੀ ਦਾਨ ਦੇਣ ਦੀ ਜੋ ਪ੍ਰਥਾ ਸੀ ਉਹ ਸਭ ਤੋਂ ਪਹਿਲਾਂ ਕਿਸ ਸਮੇਂ ਸ਼ੁਰੂ ਹੋਈ ਹੈ, ਤਾਂ ਉਹ ਸ਼ੁਰੂ ਹੋਈ ਸੀ ਜੀ ਸਾਤਵਾਹਨ ਵੰਸ਼ ਸਮੇਂ। ਸਾਤਵਾਹਨ ਵੰਸ਼ ਸਮੇਂ ਜੀ ਸ਼ਾਸਕਾਂ ਦੁਆਰਾ ਵੱਖ-ਵੱਖ ਕਿਸਮ ਦੇ ਸਿੱਕੇ ਚਲਾਏ ਗਏ। ਇਹਨਾਂ ਦੇ ਵਿੱਚ ਜੀ ਸੋਨੇ ਚਾਂਦੀ ਦੇ ਸਿੱਕੇ ਵੀ ਸੀ, ਅਤੇ ਜੋ ਸਭ ਤੋਂ ਵੱਧ ਸਿੱਕੇ ਚਲਾਏ ਗਏ ਆ ਜੀ ਉਹ ਸੀ ਸੀਸਾ ਪਦਾਰਥ ਦੇ ਬਣੇ ਹੋਏ ਸਿੱਕੇ, ਜਿਨ੍ਹਾਂ ਨਾਲ ਤੁਸੀਂ ਨੀਚੇ ਜੀ ਚਿੱਤਰ ਵੀ ਦੇਖ ਰਹੇ ਹੋ। ਇਹ ਸੀਸਾ ਪਦਾਰਥ ਦੇ ਬਣੇ ਹੋਏ ਸਿੱਕੇ ਆ ਜੀ, ਅਤੇ ਇਹਨਾਂ ਦੀ ਸ਼ੁਰੂਆਤ ਸਾਤਵਾਹਨਾਂ ਵੇਲੇ ਹੋਈ ਸੀ। ਇੱਥੇ ਜੀ ਇੱਕ ਟ੍ਰਿਕ ਆ ਜੀ ਇਸ ਨੂੰ ਯਾਦ ਰੱਖਣ ਲਈ। ਜੋ ਸਾਤਵਾਹਨ ਵੰਸ਼ ਹੈ ਜੀ, ਇਹ ਵੀ ਸੱਸੇ ਨਾਲ ਸ਼ੁਰੂ ਹੁੰਦਾ। ਜੋ ਇਸ ਦਾ ਪਹਿਲਾ ਜੀ ਸੰਸਥਾਪਕ ਆ, ਉਸ ਦਾ ਨਾਮ ਵੀ ਸੱਸੇ ਨਾਲ ਸ਼ੁਰੂ ਹੁੰਦਾ ਜੀ, ਸਿਮੁਕ।
ਸਾਤਵਾਹਨ ਸਿਮੁਕ ਜੋ ਸਭ ਤੋਂ ਪ੍ਰਸਿੱਧ ਇਹਨਾਂ ਦਾ ਜੀ ਸ਼ਾਸਕ ਆ, ਉਹ ਵੀ ਸਾਤਕਰਨੀ ਆ ਜੀ। ਇਸ ਤਰ੍ਹਾਂ ਜੀ ਤੁਸੀਂ ਇਹਨਾਂ ਨੂੰ ਯਾਦ ਰੱਖ ਸਕਦੇ ਹੋ। ਤਾਂ ਜੋ ਇਹਨਾਂ ਦਾ ਪ੍ਰਸਿੱਧ ਸਿੱਕਾ ਉਹ ਵੀ ਸੀਸੇ ਤੋਂ ਪਦਾਰਥ ਦਾ ਬਣਿਆ ਹੋਇਆ ਸੀ, ਉਹ ਵੀ ਸੱਸੇ ਤੋਂ ਸ਼ੁਰੂ ਹੁੰਦਾ। ਇਸ ਤਰ੍ਹਾਂ ਜੀ ਤੁਸੀਂ ਸਾਤਵਾਹਨ ਸਿਮੁਕ, ਸਾਤਕਰਨੀ ਅਤੇ ਸੀਸਾ ਚਾਰੇ ਚੀਜ਼ਾਂ ਨੂੰ ਯਾਦ ਰੱਖ ਸਕਦੇ ਹੋ। ਇਸ ਤਰ੍ਹਾਂ ਜੀ ਕੋਰਿਲੇਟ ਕਰਕੇ ਯਾਦ ਰੱਖ ਲਿਆ ਕਰੋ, ਇਹ ਵਧੀਆ ਚੀਜ਼ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਚੌਥੇ ਰਾਜਵੰਸ਼ ਬਾਰੇ, ਜੋ ਕਿ ਸੀ ਜੀ ਚੇਦੀ ਵੰਸ਼। ਇਸ ਦਾ ਦੂਸਰਾ ਨਾਮ ਜੀ ਮਹਾਮੇਘਵਾਹਨ ਵੰਸ਼ ਵੀ ਹੈ। ਕਈ ਵਾਰ ਇਹਨੂੰ ਜੀ ਮਹਾਮੇਘਵਾਹਨ ਵੰਸ਼ ਵੀ ਲਿਖ ਦਿੱਤਾ ਜਾਂਦਾ ਹੈ। ਜੇਕਰ ਗੱਲ ਕਰੀਏ ਜੀ ਆਪਾਂ ਇਸ ਵੰਸ਼ ਦੇ ਅਧਿਕਾਰ ਖੇਤਰ ਦੀ, ਤਾਂ ਇਸ ਦਾ ਅਧਿਕਾਰ ਖੇਤਰ ਸੀ ਜੀ ਕਲਿੰਗ ਪ੍ਰਦੇਸ਼। ਇਹ ਉਹੀ ਕਲਿੰਗ ਹੈ ਜੀ ਜਿਸ ਨੂੰ ਅਸ਼ੋਕ ਨੇ ਜਿੱਤਿਆ ਸੀ, ਅਤੇ ਕਲਿੰਗ ਜੀ ਵਰਤਮਾਨ ਉੜੀਸਾ ਦਾ ਖੇਤਰ ਆ ਜਾਂਦਾ ਹੈ। ਆਪਾਂ ਗੱਲ ਕਰੀਏ ਜੀ ਚੇਦੀ ਵੰਸ਼ ਦੇ ਸ਼ਾਸਨ ਕਾਲ ਦੇ ਸਮੇਂ ਦੀ, ਤਾਂ ਇਸ ਦਾ ਸਮਾਂ ਮੰਨਿਆ ਜਾਂਦਾ ਹੈ ਜੀ ਪਹਿਲੀ ਜਾਂ ਦੂਜੀ ਸਦੀ ਈਸਾ ਪੂਰਵ ਤੋਂ ਲੈ ਕੇ ਚੌਥੀ ਸਦੀ ਈਸਵੀ ਦੀ ਜੀ ਸ਼ੁਰੂਆਤ ਤੱਕ ਦਾ। ਇੱਥੇ ਵੀ ਯਾਦ ਰੱਖੋ ਜੀ ਪਹਿਲੀ ਦੂਜੀ ਸਦੀ ਈਸਵੀ ਪੂਰਵ ਆ, ਅਤੇ ਜੋ ਚੌਥੀ ਸਦੀ ਦੀ ਸਟਾਰਟਿੰਗ ਆ ਜੀ ਉਹ ਈਸਵੀ ਵਾਲੀ ਸਦੀ ਹੈ, ਉਹ ਈਸਾ ਪੂਰਵ ਵਾਲੀ ਸਦੀ ਨਹੀਂ। ਅਸ਼ੋਕ ਦੀ ਮੌਤ ਤੋਂ ਬਾਅਦ ਜੋ ਕਲਿੰਗ ਪ੍ਰਦੇਸ਼ ਸੀ ਜੋ ਆਜ਼ਾਦ ਹੋ ਗਿਆ, ਅਤੇ ਬਾਅਦ ਵਿੱਚ ਜੀ ਇੱਥੇ ਚੇਦੀ ਵੰਸ਼ ਜਾਂ ਮਹਾਮੇਘਵਾਨ ਵੰਸ਼ ਦਾ ਜੀ ਅਧਿਕਾਰ ਹੋ ਜਾਂਦਾ ਹੈ। ਜੋ ਇਹ ਚੇਦੀ ਵੰਸ਼ ਸੀ ਜੀ ਇਹ ਜੈਨ ਧਰਮ ਨੂੰ ਮੰਨਣ ਵਾਲਾ ਵੰਸ਼ ਸੀ, ਪਰ ਜੇ ਇਸ ਨੂੰ ਆਪਾਂ ਬ੍ਰਾਹਮਣ ਰਾਜਵੰਸ਼ਾਂ ਦੇ ਵਿੱਚ ਹੀ ਕਵਰ ਕਰਦੇ ਹਾਂ, ਕਿਉਂਕਿ ਜੀ ਗੁਪਤ ਵੰਸ਼ ਤੋਂ ਪਹਿਲਾਂ ਇਹੀ 4 ਰਾਜਵੰਸ਼ ਜੀ ਭਾਰਤ ਦੇ ਵਿੱਚ ਹੋਏ ਆ। ਅਤੇ ਇਸ ਵੰਸ਼ ਦੇ ਵਿੱਚ ਜੀ ਜੋ ਬ੍ਰਾਹਮਣ ਸੀ ਜਾਂ ਜੈਨ ਧਰਮ ਵਾਲੇ ਸੀ, ਦੋਨਾਂ ਦੇ ਨਾਲ ਜੀ ਸੇਮ ਬਿਹੇਵੀਅਰ ਕੀਤਾ ਜਾਂਦਾ ਸੀ, ਦੋਨਾਂ ਦੇ ਨਾਲ ਜੀ ਸਾਰਾ ਇਕੁਐਲਿਟੀ ਦੇ ਨਾਲ ਰਿਹਾ ਜਾਂਦਾ ਸੀ, ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਜੇਕਰ ਗੱਲ ਕਰੀਏ ਜੀ ਆਪਾਂ ਇਸ ਵੰਸ਼ ਦੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਬਾਰੇ, ਤਾਂ ਉਹ ਸੀ ਜੀ ਖਾਰਵੇਲ। ਖਾਰਵੇਲ ਨੇ ਜੀ ਮਗਧ 'ਤੇ ਹਮਲਾ ਕਰਕੇ ਤੇ ਮਗਧ ਨੂੰ ਜਿੱਤ ਲਿਆ ਸੀ, ਅਤੇ ਉੱਥੋਂ ਜੀ ਇੱਕ ਮੂਰਤੀ ਪ੍ਰਾਪਤ ਕੀਤੀ ਆ, ਜਿਹੜੀ ਕਿ ਸੀ ਜੀ ਜਿਨਸੈਨ ਦੀ ਮੂਰਤੀ। ਇਹ ਜਿਨਸੈਨ ਦੀ ਮੂਰਤੀ ਜੀ ਜੈਨ ਧਰਮ ਦੇ ਰਿਲੇਟਡ ਸੀ, ਅਤੇ ਉਸ ਨੂੰ ਜੀ ਇਹ ਜਿੱਤ ਕੇ ਕਲਿੰਗ ਦੇ ਵਿੱਚ ਵਾਪਸ ਲੈ ਆਇਆ। ਇਹ ਉਹੀ ਪ੍ਰਦੇਸ਼ ਸੀ ਜੀ ਜੋ ਸਮਰਾਟ ਅਸ਼ੋਕ ਦੇ ਸਮੇਂ ਕਦੇ ਮਗਧ ਦਾ ਗੁਲਾਮ ਸੀ, ਅਤੇ ਅਸ਼ੋਕ ਤੋਂ ਬਾਅਦ ਜੀ ਇਹ ਜਦੋਂ ਰਾਜ ਸੁਤੰਤਰ ਹੋ ਜਾਂਦਾ ਹੈ, ਕਲਿੰਗ ਸੁਤੰਤਰ ਹੋ ਜਾਂਦਾ ਹੈ, ਅਤੇ ਆਪਣੇ ਆਪ ਨੂੰ ਜੀ ਇੰਨਾ ਸ਼ਕਤੀਸ਼ਾਲੀ ਇੱਕ ਜੀ ਰਾਜ ਬਣਾ ਲੈਂਦਾ ਹੈ ਕਿ ਬਾਅਦ ਵਿੱਚ ਜੀ ਇਹ ਕਲਿੰਗ ਪ੍ਰਦੇਸ਼ ਉਸੇ ਮਗਧ 'ਤੇ ਹਮਲਾ ਕਰਦਾ ਹੈ ਜਿਸ ਦਾ ਇਹ ਕਦੇ ਗੁਲਾਮ ਸੀ, ਅਤੇ ਉੱਥੋਂ ਜੀ ਆਪਣੀ ਮੂਰਤੀ ਜੋ ਜਿਨਸੈਨ ਦੀ ਮੂਰਤੀ ਕਲਿੰਗ ਤੋਂ ਜਿੱਤੀ ਗਈ ਸੀ ਉਸ ਨੂੰ ਵਾਪਸ ਕਲਿੰਗ ਦੇ ਵਿੱਚ ਲੈ ਆਉਂਦਾ ਹੈ ਜੀ, ਅਤੇ ਆਪਣੀ ਸ਼ਾਨ ਨੂੰ ਜੀ ਬਰਕਰਾਰ ਰੱਖਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਇਹ ਮੂਰਤੀ ਨੂੰ ਜਿੱਤ ਕੇ ਮਗਧ ਦੇ ਵਿੱਚ ਲੈ ਕੇ ਕੌਣ ਗਿਆ ਸੀ। ਇਹ ਮੂਰਤੀ ਨੂੰ ਜੀ ਪੂਰਵ ਮੌਰੀਆ ਕਾਲ ਦੇ ਸਮੇਂ ਵਿੱਚ ਮਹਾਪਦਮਨੰਦ ਜੋ ਨੰਦ ਵੰਸ਼ ਦਾ ਸੀ ਜੀ, ਉਹ ਕਲਿੰਗ ਤੋਂ ਜਿੱਤ ਕੇ ਲੈ ਗਿਆ ਸੀ ਜੀ ਮਗਧ ਦੇ ਵਿੱਚ, ਅਤੇ ਇਸੇ ਮੂਰਤੀ ਨੂੰ ਜੀ ਵਾਪਸ ਲੈ ਕੇ ਆਇਆ ਖਾਰਵੇਲ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਜੀ ਇੱਕ ਖਾਰਵੇਲ ਸੀ ਜੋ ਇੱਕ ਬਹੁਤ ਸ਼ਕਤੀਸ਼ਾਲੀ ਸ਼ਾਸਕ ਸੀ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਅੱਜ ਦੀ ਵੀਡੀਓ ਵਿੱਚ ਆਪਾਂ ਕਵਰ ਕੀਤਾ ਜੀ ਵੱਖ-ਵੱਖ ਬ੍ਰਾਹਮਣ ਰਾਜਵੰਸ਼ਾਂ ਨੂੰ। ਨੈਕਸਟ ਵੀਡੀਓ ਵਿੱਚ ਆਪਾਂ ਵੇਖਾਂਗੇ ਕਿ ਜਿਸ ਸਮੇਂ ਜੀ ਭਾਰਤ ਦੇ ਉੱਪਰ ਇਹ ਬ੍ਰਾਹਮਣ ਰਾਜਵੰਸ਼ ਸ਼ਾਸਨ ਕਰ ਰਹੇ ਸੀ, ਉਸ ਸਮੇਂ ਜੀ ਭਾਰਤ ਦੇ ਉੱਪਰ ਕੁਝ ਵਿਦੇਸ਼ੀ ਹਮਲਾਵਰਾਂ ਨੇ ਹਮਲਾ ਕੀਤਾ, ਉਹਨਾਂ ਦੇ ਬਾਰੇ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਟੇਲ ਨਾਲ ਗੱਲ ਕਰਾਂਗੇ। ਜੇਕਰ ਤੁਹਾਨੂੰ ਜੀ ਇਸ ਵੀਡੀਓ ਦਾ PDF ਚਾਹੀਦਾ ਹੈ ਜੀ, ਤਾਂ ਆਪਣੇ ਚੈਨਲ ਨੂੰ ਜੀ ਟੈਲੀਗ੍ਰਾਮ ਐਪ ਦੇ ਉੱਤੇ ਫੋਲੋ ਕਰੋ। ਟੈਲੀਗ੍ਰਾਮ ਉੱਪਰ ਜੀ ਆਪਣਾ ਚੈਨਲ ਹੈ ਪੰਜਾਬ ਐਜੂਕੇਸ਼ਨ। ਐਪ ਦਾ ਲਿੰਕ ਵੀ ਨੀਚੇ ਦਿੱਤਾ ਹੋਇਆ ਜੀ, ਤੁਸੀਂ ਡਿਸਕ੍ਰਿਪਸ਼ਨ 'ਚੋਂ ਜਾ ਕੇ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ, ਅਤੇ ਉਸ ਤੋਂ ਬਾਅਦ ਜੀ ਚੈਨਲ ਦਾ ਲਿੰਕ ਵੀ ਦਿੱਤਾ ਹੋਇਆ, ਤੁਸੀਂ ਉਸ ਚੈਨਲ ਦੇ ਲਿੰਕ 'ਤੇ ਕਲਿੱਕ ਕਰਕੇ ਜੀ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰ ਸਕਦੇ ਹੋ ਟੈਲੀਗ੍ਰਾਮ ਦੇ ਉੱਪਰ। ਉੱਥੇ ਜੀ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਦਾ ਅਤੇ ਇਸ ਵੀਡੀਓ ਦਾ ਸਾਰਿਆਂ ਦੇ ਜੀ PDF ਮਿਲ ਜਾਣਗੇ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤੇ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਬਾਰੇ ਆਪਣੇ ਵਿਚਾਰ ਜੀ ਕਮੈਂਟਾਂ ਵਿੱਚ ਜ਼ਰੂਰ ਦੱਸੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।